ਰਹੇ ਸਾਰੇ ਹੀ ਸਰੋਤਿਆਂ ਨੂੰ ਜਗਦੀਪ ਸਿੰਘ ਬਾਵਾ ਵੱਲੋਂ ਪਿਆਰ ਤੇ ਨਿੱਘ ਭਰੀ ਸਤਿ ਸ੍ਰੀ ਅਕਾਲ। ਅੱਜ ਫੇਰ ਅਸੀਂ ਆਪਣੇ ਸਰੋਤਿਆਂ ਦੇ ਰੂਬਰੂ ਨਵਾਂ ਟੌਪਿਕ ਦਿਲ ਦੀਆਂ ਗੱਲਾਂ ਦੇ ਵਿੱਚ ਲੈ ਕੇ ਆਏ ਹਾਂ, ਜਿਹਦੇ ਵਿੱਚ ਅੱਜ ਕੁਝ ਅਸੀਂ ਗੁਫ਼ਤਗੂ ਕਰਾਂਗੇ ਕਿਸਾਨ ਭਰਾਵਾਂ ਦੇ ਐਜੀਟੇਸ਼ਨ ਬਾਰੇ। ਉਹਦੇ ਵਿੱਚ ਅਪਡੇਟ ਅਸੀਂ ਕਰਾਂਗੇ। ਤੇ ਅੱਜ ਦੂਸਰਾ ਟੌਪਿਕ ਸਾਡਾ ਹੋਏਗਾ ਲਾਕਡਾਊਨ ਦੇ ਵਿੱਚ ਜਿਹੜੇ ਕਈ ਪਰਿਵਾਰ ਟੁੱਟ ਰਹੇ ਆ, ਕਈ ਭਰਾਵਾਂ ਦੇ ਜਿਹੜੇ ਪਰਿਵਾਰਾਂ ਦੇ ਵਿੱਚ ਟੈਨਸ਼ਨ ਕ੍ਰੀਏਟ ਹੋਈ ਆ ਹਸਬੈਂਡ ਵਾਈਫ ਦੇ ਵਿੱਚ, ਜਾਂ ਪਰਿਵਾਰ ਇੱਕ ਦੂਜੇ ਤੋਂ ਅਲੱਗ ਹੋ ਰਹੇ ਨੇ, ਉਹਦੇ ਬਾਰੇ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਤੇ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ, ਅੱਜ ਫਿਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਛੋਟੇ ਵੀਰ ਸੁਖ ਜੱਸਲ ਜੀ ਨੇ। ਤੇ ਪਹਿਲਾਂ ਉਹਨਾਂ ਨੂੰ ਜੀ ਆਇਆਂ ਆਖੀਏ ਤੇ ਫਿਰ ਆਪਾਂ ਪ੍ਰੋਗਰਾਮ ਤੇ ਗੱਲਬਾਤ ਕਰਦੇ ਹਾਂ। ਸੁਖਵਿੰਦਰ ਜੀ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਹਾਂਜੀ, ਮੇਰੇ ਵੱਲੋਂ ਵੀ BM ਪ੍ਰਾਈਮ ਦੇਖਦੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ। ਤੇ ਅੱਜ ਦਾ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਲੈਣੀ ਚਾਹੁੰਦੇ ਤੁਹਾਤੋਂ। ਤੇ ਉਮੀਦ ਕਰਦੇ ਹਾਂ ਵੀ ਜਿਵੇਂ ਅੱਗੇ ਤੁਸੀਂ ਸਾਡੇ ਪ੍ਰੋਗਰਾਮ ਨੂੰ ਪਿਆਰ ਦਿੱਤਾ ਤੇ ਅੱਜ ਦੇ ਪ੍ਰੋਗਰਾਮ ਨੂੰ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਬਖਸ਼ੋਗੇ। ਮੈਂ ਜਿਹੜਾ ਆਪਾਂ ਭਾਜੀ ਜੀ ਅਪਡੇਟ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰੀਏ ਕਿ ਜਿਹੜੇ ਕਿਸਾਨ ਭਰਾਵਾਂ ਦਾ ਐਜੀਟੇਸ਼ਨ 8 ਤਰੀਕ ਨੂੰ ਮੀਟਿੰਗ ਹੋਈ ਸੀਗੀ। ਹਾਂਜੀ, ਉਹ ਮੀਟਿੰਗ ਵੀ ਜਿਹੜੀ ਹੈਗੀ ਆ ਕਿਸੇ ਤਰੀਕੇ ਦਾ ਕੋਈ ਰਿਜ਼ਲਟ ਨਹੀਂ ਦੇ ਕੇ ਗਈ। ਉਹਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੂੰ ਸਰਕਾਰ ਨੇ ਇੱਕ ਸ਼ੂਗਰ ਕੈਂਡੀ ਫੜਾ ਕੇ ਤੋੜ ਦਿੱਤਾ ਕਿ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਤੇ ਜਿਹੜਾ ਕਿ ਵੈਰੀ ਡਿਸਅਪੁਆਇੰਟਡ ਹੈ, ਕਿਉਂਕਿ ਇਹ 8ਵੇਂ ਦੌਰ ਦੀ ਜਿਹੜੀ ਮੀਟਿੰਗ ਸੀਗੀ। ਹਾਂਜੀ, ਬਹੁਤ ਹੀ ਡਿਸਅਪੁਆਇੰਟਡ ਇਹ ਮਤਲਬ ਕਿ ਕਿਸਾਨ ਭਰਾਵਾਂ ਵਾਸਤੇ ਹੈਗਾ। ਤੇ ਖੈਰ ਐਨੀਵੇਜ਼ ਉਹਦੇ ਵਿੱਚ ਜਿਹੜੀ ਹੈਗੀ ਆ, ਹੁਣ ਉਹਦੇ ਵਿੱਚ ਤੋਮਰ ਸਾਹਿਬ ਨੇ ਜਿਹੜੇ ਉਹਨਾਂ ਦੇ ਮਿਨਿਸਟਰ ਹੈਗੇ ਨੇ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹਦੇ ਵਿੱਚ ਤੁਸੀਂ ਸਾਨੂੰ ਦੱਸੋ ਵੀ ਕੀ ਚੇਂਜਸ ਕਰਨੀਆਂ ਚਾਹੁੰਦੇ ਹੋ। ਤੇ ਜਿਹੜੇ ਕਿਸਾਨ ਭਰਾਵਾਂ ਨੇ ਇਹ ਗੱਲ ਕਹੀ ਵੀ ਸਾਨੂੰ ਚੇਂਜਸ ਨਹੀਂ ਹੋਣੇ ਚਾਹੀਦੀਆਂ। ਉਹ ਤੁਹਾਨੂੰ ਵੈਸੇ ਇੰਟਰਪਟ ਕਰਦਾ, ਚੇਂਜਸ ਦਾ ਤਾਂ ਉਹ ਪਹਿਲੇ ਦਿਨ ਤੋਂ ਇਹਨਾਂ ਨੇ ਕਿਹਾ ਵੀ ਅਸੀਂ ਅਮੈਂਡਮੈਂਟ ਤਾਂ ਚਾਹੁੰਦੇ ਹੀ ਨਹੀਂ, ਕਿਉਂਕਿ ਅਸੀਂ ਚਾਹੁੰਦੇ ਰੱਦ ਕਰੋ। ਹੈਗੇ ਵੀ ਗੱਲ ਠੀਕ ਆ, ਰੱਦ ਕਰਨੇ ਚਾਹੀਦੇ ਆ, ਕਿਉਂਕਿ ਗੱਲ ਉਹੀ ਹੈ ਜੀ ਵੀ ਹੁਣ 8ਵੇਂ ਗੇੜ ਦੀ ਮੀਟਿੰਗ ਸੀ। ਹਾਂਜੀ, ਤੇ ਕਿੰਨੇ ਆਲਮੋਸਟ ਮਹੀਨੇ ਤੋਂ ਉੱਪਰ ਹੋ ਗਿਆ। ਬਿਲਕੁਲ। ਤੇ ਸਾਰੇ ਕੰਮਕਾਰ ਛੱਡ ਕੇ ਬੈਠੇ ਨਹੀਂ। ਠੰਡ ਮੀਂਹ ਦੇਖੋ ਹੁਣ ਕਿੰਨਾ ਪਿਆ ਲਗਾਤਾਰ, ਕਿੰਨੀ ਪਰੇਸ਼ਾਨੀਆਂ ਵਾ। ਤੇ ਬਾਕੀ ਦੂਜਾ ਹੁਣ ਤੁਹਾਨੂੰ ਵੀ ਪਤਾ ਹੀ ਆ, ਕੱਲ ਫੇਰ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ। 38 ਸਾਲ ਦਾ ਮੁੰਡਾ। 60 ਦੇ ਕਰੀਬ ਸਾਡੇ ਯੋਧੇ ਇਸ ਸੰਘਰਸ਼ ਦੀ ਭੇਟ ਚੜ੍ਹ ਚੁੱਕੇ ਆ, ਜਿਹੜੀ ਕਿ ਬੜੀ ਸ਼ਰਮ ਦੀ ਗੱਲ ਹੈ। ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਆ ਵੀ ਇਹਦਾ ਕੁਛ ਨਾ ਕੁਛ ਹੱਲ ਕਰਨਾ ਚਾਹੀਦਾ। ਬਿਲਕੁਲ। ਦੇਖੋ ਉਹੀ ਗੱਲ ਕਰ ਰਹੇ। ਹੁਣ ਦੇਖੋ ਹੁਣ ਤਾਂ ਜਿਹੜੀ ਹੈਗੀ ਸੁਪਰੀਮ ਕੋਰਟ ਨੇ ਵੀ ਗੱਲ ਕਹਿ ਦਿੱਤੀ ਹੈ ਸਾਨੂੰ ਕਿ ਜਿਹੜੀ ਹੈਗੀ ਆ ਅਸੀਂ ਉਹ ਜੇ ਨਾ ਇਹ ਗੱਲ ਹੋਈ ਤਾਂ ਜਿਹੜਾ ਕੇਸ ਹੈਗਾ ਗੌਰਮੈਂਟ ਵਰਸਸ ਕਿਸਾਨ, ਉਹ ਅਸੀਂ ਜਿਹੜਾ ਹੈਗਾ ਉੱਥੋਂ ਪ੍ਰੋਸੀਡ ਕਰਾਂਗੇ। ਪਰ ਕਿਸਾਨ ਉਹਦੇ ਵਿੱਚ ਕਿਸਾਨਾਂ ਨੇ ਕਹਿੰਦਾ ਅਸੀਂ ਧਰਨੀ ਬਣਨਾ, ਕਿਉਂਕਿ ਉਹ ਠੀਕ ਹੈ ਜੀ ਅਸੀਂ ਸਤਿਕਾਰ ਕਰਦੇ ਹਾਂ ਅਦਾਲਤਾਂ ਦਾ, ਮਾਣਯੋਗ ਅਦਾਲਤਾਂ, ਪਰ ਅਦਾਲਤਾਂ ਵੀ ਜਿਹਦੇ ਅੰਡਰ ਕੰਮ ਕਰਦੇ ਸਭ ਨੂੰ ਪਤਾ ਵਾ ਜੀ, ਅੰਡਰ ਪ੍ਰੈਸ਼ਰ ਹੀ ਚੱਲ ਰਿਹਾ ਉੱਥੇ। ਅਦਾਲਤਾਂ ਵੀ ਉਹਨਾਂ ਦੀਆਂ ਹੀ ਹੈ। ਬਿਲਕੁਲ। ਦੇਖੋ ਅਦਾਲਤਾਂ ਵੀ, ਕਿਉਂਕਿ ਹੁਣ ਜਿਹੜੀਆਂ ਅਦਾਲਤਾਂ ਦੇ ਉੱਤੇ ਵੀ ਜਿਹੜਾ ਕਿਸਾਨ ਭਰਾਵਾਂ ਨੂੰ ਕੋਈ ਟਰਸਟ ਨਹੀਂ ਹੈਗਾ, ਵਿਸ਼ਵਾਸ ਹੀ ਹੈ ਨਹੀਂ, ਕਿਉਂਕਿ ਸਭ ਵਿਕਿਆ ਹੋਇਆ। ਈਵਨ ਕਿ ਮੀਡੀਆ ਜਿਹੜਾ ਹੈਗਾ, ਜਿਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ, ਤੇ ਉਹ ਵੀ ਵਿਕ ਚੁੱਕਾ ਹੈਗਾ। ਔਰ ਮੈਂ ਕਹਿੰਦਾ ਦੇਖੋ ਜੀ ਬੜੇ ਹੈਰਾਨੀ ਵਾਲੀ ਗੱਲ ਹੈਗਾ, ਇੱਕ ਵੀ ਐਸਾ ਟੀਵੀ ਸਟੇਸ਼ਨ ਨਹੀਂ ਹੈਗਾ ਜਿਹਦੇ ਉੱਤੇ ਜਿਹੜਾ ਹੈਗਾ ਉਹ ਤੁਹਾਨੂੰ ਇਹ ਦਿਖਾਉਣ ਕਿ ਐਜੀਟੇਸ਼ਨ ਕਿਸਾਨਾਂ ਬਾਰੇ। ਹੋਰ ਦੇਖੋ ਜੀ ਹਾਸੇ ਵਾਲੀ ਗੱਲ ਆ ਜੀ, ਸਾਡੇ ਇੱਥੇ ਅਮਰੀਕਾ ਦਾ ਤਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਦਿਸ ਗਿਆ ਵੀ ਅਮਰੀਕਾ ਦੇ ਵਿੱਚ ਦੰਗੇ ਹੋ ਰਹੇ ਆ। ਜਿਹੜੇ ਤੇਰੇ ਨੱਕ ਦੇ ਉੱਤੇ ਵਿਚਾਰੇ ਕਿਸਾਨ ਬੈਠੇ ਆ ਇੰਨੇ ਠੰਡ ਦੇ ਵਿੱਚ, ਵਰਦੇ ਮੀਂਹ 'ਚ, ਉਹ ਸਾਨੂੰ ਦਿਸ ਨਹੀਂ ਰਹੇ। ਉਹ ਦੇਖਣਾ ਨਹੀਂ ਚਾਹੁੰਦੇ ਸਨ। ਉਹ ਜਿਹੜਾ ਉਹਦੇ ਵੇਲੇ ਉਹ ਜਿਹੜੀ ਐਨਕ ਹੋਰ ਲਾ ਲੈਂਦੇ ਨੇ। ਪਰ ਇਹ ਗਲਤ ਆ ਜੀ। ਬਿਲਕੁਲ ਤੁਹਾਡੀ ਗੱਲ ਦੇਖੋ। ਬਿਲਕੁਲ ਮੈਂ ਇੱਕ, ਪਰ ਹੁਣ ਤਾਂ ਦੇਖੋ ਜੀ ਕਿਸਾਨ ਭਰਾਵਾਂ ਨੇ ਸਖਤ ਸ਼ਬਦਾਂ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਕਿ ਅਸੀਂ ਟਸ ਤੋਂ ਮਾਸ ਹੋਣ ਵਾਲੇ ਨਹੀਂ, ਅਸੀਂ ਟਸ ਤੋਂ ਮਾਸ ਨਹੀਂ ਹੋਣਾ। ਸਾਨੂੰ ਜਿਹੜਾ ਹੈਗਾ ਇਹ ਤਿੰਨੇ ਦੇ ਤਿੰਨੇ ਕਾਨੂੰਨ, ਕਾਲੇ ਕਾਨੂੰਨ ਵਾਪਸ ਚਾਹੀਦੇ ਨੇ। ਮਜ਼ਾਕ ਹੀ ਹੋ ਰਿਹਾ। ਬਿਲਕੁਲ। ਮੈਨੂੰ ਇੱਕ ਸ਼ੇਅਰ ਮੈਂ ਤੁਹਾਨੂੰ ਰਾਹਤ ਅੰਦੋਲੀ ਸਾਹਿਬ ਦਾ ਯਾਦ ਆਇਆ ਕਿ ਸੂਰਜ, ਚਾਂਦ, सितारे, हाँ जी, सूरज चांद सितारे मेरे साथ में रहें, हाँ जी, जब तक उसके हाथ मेरे हाथ में रहें, डाली से टूट कर गिर जाएं वो पत्ते नहीं हैं हम, हाँ जी, डाली से टूट कर गिर जाएं वो पत्ते नहीं हैं हम, कोई आंधियों से जाके कह दे औकात में रहे। सो किसानां ने ये गल एक स्पष्ट कह दी कि तुसीं अपने हद दे विच हुण रहो, क्योंकि असीं बहुत शुगर कैंडियां खा रहीਆਂ ਹੁਣ, ਇਸ ਤੋਂ ਬਾਅਦ ਨਹੀਂ। ਪਰ ਉਹਦਾ ਰਿਜ਼ਲਟ ਇਹ ਹੈਗਾ ਆਪਣਾ ਭਾਜੀ ਕਿ ਉਹਦਾ ਰਿਜ਼ਲਟ ਇਹ ਹੈਗਾ ਕਿ 26 ਜਨਵਰੀ ਨੂੰ ਸਾਡੀਆਂ ਭੈਣਾਂ ਉਹ ਟਰੈਕਟਰ ਟਰਾਲੀਆਂ ਲੈ ਕੇ
ਉਹ ਆਪਣਾ ਜਿਹੜਾ ਹੈ ਟਰਾਲੀ ਟਰੈਕਟਰ ਮਾਰਚ ਕਰਨਗੀਆਂ। ਹਾਂਜੀ, ਉਹ ਕਰਨਾ ਵਾ ਮਾਰਚ, ਉਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ, ਪੂਰੀਆਂ ਤਿਆਰੀਆਂ। ਪਰ ਉਹਦੇ ਵਿੱਚ ਵੀ ਇੱਕ ਡਰ ਖਦਸ਼ਾ ਪੈਦਾ ਹੋ ਰਿਹਾ ਵੀ ਹੋ ਸਕਦਾ ਜੀ ਆਉਣ ਵਾਲਾ ਟਾਈਮ ਮਾੜਾ ਨਾ ਆ ਜੇ, ਕਿਉਂਕਿ ਸਰਕਾਰ ਵੀ ਹੁਣ ਮਾੜੀ ਨੀਤੀ ਤੇ ਤੁਲੀ ਹੋਈ ਆ ਤੇ ਆਪਣੇ ਕਿਸਾਨਾਂ ਨੇ ਵੀ ਕਹਿੰਦਾ ਅਸੀਂ ਮਰ ਸਕਦੇ ਆ ਪਰ ਵਾਪਸ ਨਹੀਂ ਜਾਣਾ, ਚਾਹੇ ਜੋ ਮਰਜ਼ੀ ਹੋ ਜਾਵੇ। ਨਹੀਂ ਬਿਲਕੁਲ, ਦੇਖੋ ਵਾਪਸ ਜਾਣ ਦਾ ਮਤਲਬ ਹੀ ਨਹੀਂ ਬਣਦਾ। ਹੁਣ ਦੇਖੋ 40-50 ਦਿਨ ਤੋਂ ਮੇਰੇ 40-50 ਦਿਨ ਹੋ ਚੁੱਕੇ ਹੈਗੇ ਆ। ਈਵਨ ਕਿ ਇੰਡੀਆ ਜਿਹੜਾ ਪਹਿਲਾਂ ਪੰਜਾਬ 'ਚ ਬੈਠੇ ਰਹੇ ਆ ਉਹ ਵੱਖਰੇ ਦਿਨ ਹੈਗੇ ਨੇ। ਨਾਲੇ ਹੁਣ ਮੈਨੂੰ ਸਭ ਤੋਂ ਇੱਕ ਖੁਸ਼ੀ ਵਾਲੀ ਗੱਲ ਇਹ ਹੈਗੀ ਆ ਕਿ ਸਾਰਾ ਪਰਿਵਾਰ ਜਿਹੜਾ ਕਿਸਾਨ ਪਰਿਵਾਰ ਆ ਹਿੰਦੁਸਤਾਨ ਦਾ, ਹਿੰਦੁਸਤਾਨ ਵੀ ਨਹੀਂ ਕਹਿਣਾ ਚਾਹੀਦਾ, ਭਾਰਤ ਦਾ, ਉਹ ਸਾਰਾ ਕਿਸਾਨ ਪਰਿਵਾਰ ਇੱਕ ਹੋ ਚੁੱਕਾ, ਚਾਹੇ ਕਿਸੇ ਵੀ ਪ੍ਰਵਿੰਸ ਚੋਂ ਆ। ਉਹ ਸਾਰੇ ਕਿਸਾਨ ਜਿਹੜੇ ਨੇ ਇੱਕ ਦੂਜੇ ਦੇ ਨਾਲ ਇਕੱਠੇ ਖੜੇ ਨੇ, ਆਪਣੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ, ਔਰ ਇੱਕ ਦੂਜੇ ਦੇ ਨਾਲ ਉਹ ਇਹੀ ਪੂਰਾ ਦ੍ਰਿੜ ਨਿਸ਼ਚੈ ਨਾਲ ਖੜੇ ਨੇ ਕਿ ਅਸੀਂ ਜਿੱਤ ਕੇ ਜਾਣਾ। ਅੱਗੇ ਵੀ ਆਪਾਂ ਗੱਲ ਕੀਤੀ ਹੈ ਜੀ, ਇਹ ਇਕੱਲੇ ਇੱਕ ਬੰਦੇ ਦਾ ਜਾਂ ਇੱਕ ਕੌਮ ਦਾ ਜਾਂ ਇੱਕ ਸ਼ਹਿਰ ਦਾ ਜਾਂ ਇੱਕ ਸੂਬੇ ਦਾ ਮਸਲਾ ਨਹੀਂ ਗਾ ਜੀ, ਇਹ ਪੂਰੇ ਦੇਸ਼ ਦਾ ਮਸਲਾ ਬਣ ਗਿਆ। ਇਹਦੇ ਵਿੱਚ ਮਜ਼ਦੂਰ ਤਬਕਾ ਵੀ ਹੈ, ਇਕੱਲੇ ਕਿਸਾਨ ਨਹੀਂ। ਜਿਵੇਂ ਅੱਗੇ ਤੁਸੀਂ ਵੀ ਗੱਲ ਕੀਤੀ ਆ ਵੀ ਇਹ ਹਰ ਚੀਜ਼ ਇਹਦੇ ਨਾਲ ਜੁੜੀ ਹੋਈ ਆ, ਕੜੀ ਦਰ ਕੜੀ, ਕਿਉਂਕਿ ਜੇ ਅੱਜ ਕਿਸਾਨ ਖੁਸ਼ਹਾਲ ਆ ਤਾਂ ਦੁਕਾਨਦਾਰ ਵੀ ਖੁਸ਼ਹਾਲ ਹੋਣਗੇ, ਮਜ਼ਦੂਰ ਵੀ ਖੁਸ਼ਹਾਲ ਹੋਣਗੇ, ਹੋਰ ਵੀ ਬਿਜ਼ਨਸ ਚੱਲਣਗੇ। ਪਰ ਜੇ ਹੁਣ ਸਾਡਾ ਕਿਸਾਨ ਹੀ ਭੁੱਖਾ ਮਰ ਗਿਆ ਤੇ ਉਹਨੇ ਕਿੱਥੋਂ ਦੂਜਿਆਂ ਨੂੰ ਰਜਾਉਣਾ ਜੀ। ਭਾਜੀ ਦੇਖੋ ਹੁਣ ਤਾਂ ਸਲੋਗਨ ਕਹੇ ਤੁਸੀਂ ਕਾਰਾਂ ਦੇ ਪਿੱਛੇ ਵੀ ਦੇਖ ਲਓ, ਇੱਥੇ ਹਰ ਗੱਡੀ ਦੇ ਪਿੱਛੇ ਮੋਸਟਲੀ ਲਿਖਿਆ ਹੋਊਗਾ ਕਿ ਨੋ ਫਾਰਮਰਸ ਨੋ ਫੂਡ, ਨੋ ਫੂਡ। ਹਾਂ ਬਿਲਕੁਲ। ਹੁਣ ਤੁਸੀਂ ਦੇਖੋ ਇੱਕ ਦੂਜੀ ਗੱਲ ਹੈਗੀ ਜਿਹੜੀ ਪਿੱਛੇ ਜਿਹੇ ਸੰਗਰੂਰ ਦੇ ਵਿੱਚ ਵੀ ਇਹਨਾਂ ਨੇ ਕਿਸਾਨ ਭਰਾਵਾਂ ਦੇ ਤਸ਼ੱਦਦ ਕੀਤਾ, ਬਹੁਤ ਮਾੜੇ ਉਹਨਾਂ ਨੂੰ ਨਿੰਦਣਯੋਗ। ਉੱਥੇ ਹੋਇਆ ਰਾਜਸਥਾਨ ਦੇ ਬਾਰਡਰ ਤੇ ਹੋਇਆ, ਬੜਾ ਸ਼ਰਮ ਦੀ ਗੱਲ ਆ। ਪਰ ਦੇਖੋ ਜੀ ਜਜ਼ਬਾ ਦੇਖੋ, ਫਿਰ ਵੀ ਉਹ ਇੰਨੇ ਡਾਂਗਾ ਖਾ ਕੇ ਅਥਰੂ ਗੈਸ ਦੇ ਗੋਲੇ ਵੀ ਉਹਨਾਂ ਦੇ ਵੱਜੇ, ਪਰ ਫਿਰ ਵੀ ਉਹਨਾਂ ਦੀ ਕੋਈ ਜਜ਼ਬੇ ਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਉਹਨਾਂ ਨੇ ਪੂਰੇ ਹੌਸਲੇ ਦੇ ਨਾਲ, ਉਹ ਕਹਿੰਦੇ ਅਸੀਂ ਤਾਂ ਹੁਣ ਸੋਚ ਕੇ ਆਏ ਵੀ ਮਰਨਾ ਤਾਂ ਮਰਨਾ ਹੀ ਆ, ਕੁਰਬਾਨੀ ਦੇਣੀ ਪਈ ਤਾਂ ਦੇਣੀ ਪਊਗੀ। ਗੱਲ ਸੁਣੋ, ਇੱਥੇ ਮੈਨੂੰ ਇੱਕ ਆਪਣਾ ਸ਼ੇਰ ਯਾਦ ਆਉਂਦਾ ਹੈ, ਕਹਿੰਦਾ ਜੀ ਨੀਲੇ ਆਸਮਾਨ ਕਾ ਆਜ਼ਾਦ परिंदा हूँ। ਹਾਂਜੀ, नीला आसमान देश, नीले आसमान का आजाद परिंदा हूँ, बुलंद हौसलों से अभी तक जिंदा हूँ। मेरे हौसले बुलंद है किसानों दे ना। बिल्कुल जी, बिल्कुल। नीले आसमान का आजाद परिंदा हूँ, बुलंद हौसलों से अभी तक जिंदा हूँ। तूफान का दौर है कोई हमदर्द भी नहीं, तूफान का दौर है कोई हमदर्द भी नहीं। अपनों की बेरुखी से शर्मिंदा, अपनों की बेरुखी से शर्मिंदा। ਆ ਜਿਹੜੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾ ਕੇ ਅਸੀਂ ਉਹਨਾਂ ਕਿਸਾਨਾਂ ਦੇ ਉੱਤੇ ਹੀ ਤਸ਼ੱਦਦ ਢਾ ਰਹੇ ਹਾਂ, ਉਹਨਾਂ ਦੇ ਲਾਠੀ ਚਾਰਜ ਕੀਤੀ ਜਾ ਰਹੀ ਆ, ਇਹ ਬਹੁਤ ਹੀ ਨਿੰਦਣਯੋਗ ਔਰ ਬੜਾ ਹੀ ਸ਼ਰਮਨਾਕ ਇੱਕ ਹਾਦਸਾ ਹੋਇਆ। ਉਹਦੇ ਵਿੱਚ ਵਿਚਾਰੇ ਬਜ਼ੁਰਗਾਂ ਨੂੰ ਨਹੀਂ ਬਖਸ਼ਿਆ ਗਿਆ, ਕਿਸੇ ਨੂੰ ਨਹੀਂ ਬਖਸ਼ਿਆ ਗਿਆ। ਮਾਤਾਵਾਂ ਸਾਡੀਆਂ, ਬੱਚਿਆਂ ਛੋਟੇ, ਸਭ ਦੇ ਉਹਨਾਂ ਨੇ ਤਸ਼ੱਦਦ ਕੀਤਾ। ਫਿਰ ਦੇਖੋ ਯੂਪੀ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ। ਯੂਪੀ ਦਾ ਤੁਰੇ ਆ ਕਿਸਾਨ, ਉਹਨਾਂ ਦਾ ਇੰਨਾ ਉਹਨਾਂ ਨੇ ਮਾੜਾ ਵਿਹਾਰ ਕੀਤਾ ਜਿਹੜਾ ਦੇਖਿਆ ਨਹੀਂ ਜਾਂਦਾ ਜੀ। ਕਿਉਂਕਿ ਠੀਕ ਆ ਵੀ ਤੁਸੀਂ ਰੋਕ ਸਕਦੇ ਹੋ, ਪਰ ਇਹ ਪੀਸਫੁਲ ਹੈਗਾ ਜੀ। ਹਾਂਜੀ, ਐਜੀਟੇਸ਼ਨ, ਕਿਉਂਕਿ ਇਹਦੇ ਵਿੱਚ ਕੋਈ ਵਾਇਲੈਂਟ ਨਹੀਂ ਹੋ ਰਿਹਾ, ਕੋਈ ਕੁਝ ਸਾੜ ਫੂਕ ਨਹੀਂ, ਕੋਈ ਭੰਨ ਤੋੜ ਨਹੀਂ ਹੋ ਰਹੀ, ਪਰ ਫਿਰ ਤੁਸੀਂ ਕਿਉਂ ਉਹਨਾਂ ਨੂੰ ਰੁਕਾਵਟਾਂ ਖੜੀਆਂ ਕਰਦੇ ਹੋ? ਜਦ ਕਿ ਅਸੀਂ ਉਸੇ ਦੇਸ਼ ਦੇ, ਇਹ ਡਬਲ ਸਟੈਂਡਰਡ ਆ, ਉਸੇ ਦੇਸ਼ ਦੇ ਵਸਿੰਦੇ ਉਹ ਆ, ਉਸੇ ਦੇਸ਼ ਦੇ ਵਸਿੰਦੇ ਦੂਜਾ। ਉਹ ਇੱਕ ਲਈ ਕਾਨੂੰਨ ਅਲੱਗ ਆ, ਦੂਜੇ ਲਈ ਕਾਨੂੰਨ ਅਲੱਗ ਆ। ਹੁਣ ਸਰਕਾਰ ਨੇ ਆਪ ਸੜਕਾਂ ਤੋੜੀਆਂ ਜੀ, ਪ੍ਰਾਪਰਟੀ ਡੈਮੇਜ ਕੀਤੀ ਗਵਰਨਮੈਂਟ ਦੀ, ਉਹ ਤੇ ਕੋਈ ਕੇਸ ਨਹੀਂ, ਤੇ ਇੱਕ ਗੋਹੇ ਦੀ ਟਰਾਲੀ ਸੱਟ ਗਿਆ ਤੇ 307 ਦਾ ਪਰਚਾ। ਉਹ ਨਾਲੇ ਤੁਸੀਂ ਦੇਖੋ ਇੱਕ ਟਾਵਰ, ਹਾਲੇ ਟਾਵਰ ਵੀ ਨਹੀਂ ਭੰਨਿਆ, ਕਦੇ ਭੰਨਿਆ ਹੋਣਾ ਟਾਵਰ ਦੇ ਅਡਾਨੀ ਸਾਹਿਬ ਦਾ, ਅੰਬਾਨੀ ਦਾ, ਤੇ ਉਹ ਟਾਵਰ ਦੇ ਉੱਤੇ ਜੀ ਸਾਡੇ ਟਾਵਰ ਪਾਉਂਦੇ ਹੋ, ਸਾਡੇ 27 ਕਰੋੜ ਦਾ ਹੋ ਗਿਆ ਜੀ, ਫਲਾਣਾ ਹੋ ਗਿਆ। ਚਲੋ ਇਸ ਚੀਜ਼ ਤੇ ਮੈਂ ਤਾਂ ਕੀ ਕਹਿ ਸਕਦੇ ਆ, ਉਹਨਾਂ ਨੇ ਜੋ ਕਹਿਣਾ ਉਹ ਕਹੀ ਜਾਣ, ਤੇ ਸਾਨੂੰ ਸਾਡੇ ਤਾਂ ਕਿਸਾਨ ਭਰਾਵਾਂ ਨਾਲ ਅੱਜ ਵੀ ਖੜੇ ਆ ਤੇ ਖੜੇ ਹੀ ਰਵਾਂਗੇ, ਜੋ ਮਰਜ਼ੀ ਹੋ ਜਾਏ, ਜਾਇਜ਼ ਮੰਗਾ ਜੀ। ਬਿਲਕੁਲ ਬਿਲਕੁਲ। ਪਰ ਤੁਸੀਂ ਇੱਕ ਗੱਲ ਹੋਰ ਦੇਖੋ, ਸਾਡੇ ਜਿਹੜੇ ਦੇਸ਼ ਦੇ ਜਿਹੜੇ ਹੈਗੇ ਐਮਪੀ ਹੋ ਗਏ ਜਾਂ ਕਿਸੇ ਤਰੀਕੇ ਦਾ ਕੋਈ ਜਿਹੜਾ ਮਿਨਿਸਟਰ ਹੋ ਗਿਆ, ਉਹਨਾਂ ਦਾ ਕੋਈ ਕਿਸੇ ਤਰੀਕੇ ਦਾ ਅਸਰ ਨਹੀਂ ਹੈਗਾ ਨਾ। ਹਾਂਜੀ। ਪਰ ਤੁਸੀਂ ਇਹ ਦੇਖੋ ਜਿਹੜਾ ਬ੍ਰਿਟਿਸ਼ ਐਮਪੀ, ਉਹਨਾਂ ਨੇ ਬਹੁਤ ਜ਼ੋਰ ਪਾਇਆ, ਹਾਂਜੀ ਉਹ ਹੈਗਾ, ਉਹਨਾਂ ਨੇ ਦੇਖੋ ਸਾਰੇ ਐਮਪੀਆਂ ਨੇ ਸਾਈਨ ਕਰਕੇ ਇਹ ਕਿਹਾ ਹੈਗਾ, ਪ੍ਰੋਟੈਸਟ ਕੀਤਾ ਹੈਗਾ ਕਿ ਉਹਨਾਂ ਨੇ ਜਾਣਾ ਸੀ, ਇੰਡੀਆ ਜਾਣਾ ਸੀ। ਉਹ ਵੀ ਬੜੀ ਸ਼ਰਮ ਵਾਲੀ ਗੱਲ ਹੈ ਜੀ, ਉਹਨਾਂ ਨੇ ਜਵਾਬ ਦਿੱਤਾ, ਉਹ ਵੀ ਸਾਡੀ ਗਵਰਨਮੈਂਟ ਲਈ ਸ਼ਰਮ ਵਾਲੀ ਗੱਲ ਹੈ। ਸ਼ਰਮ ਵਾਲੀ ਗੱਲ ਹੈ, ਬਿਲਕੁਲ ਸ਼ਰਮ ਵਾਲੀ ਗੱਲ ਹੈਗੀ। ਚਲੋ ਉਹਦੇ ਵਿੱਚ ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਸਾਰਿਆਂ ਨੇ ਸਾਈਨ ਕਰਕੇ ਦਿੱਤੇ, ਇੱਕ ਵੀ ਬੰਦਾ ਉਹਦੇ ਵਿੱਚ ਜਿਹੜਾ ਐਮਪੀ ਹੈਗਾ ਉਹ ਪਿੱਛੇ ਨਹੀਂ ਰਿਹਾ। ਔਰ ਇਸੇ ਤਰ੍ਹਾਂ ਹੀ ਆਈ ਰੀਅਲੀ ਕੁਡਸ ਗੋ ਟੂ ਅਵਰ, ਅਸੀਂ ਐਪਰੀਸ਼ੀਏਟ ਕਰਦੇ ਹਾਂ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਨੇ, ਆਪਣੇ ਜਸਟਿਨ ਟਰੂਡੋ ਸਾਹਿਬ। ਹਾਂਜੀ, ਤੇ ਇਹਨਾਂ ਨੇ ਵੀ ਪੂਰਾ ਹਾਂ ਦਾ ਨਾਰਾ ਲਾਇਆ, ਔਰ ਹੀ ਇਜ਼ ਆਲਸੋ ਸਪੋਰਟਿੰਗ ਫਾਰਮਰਸ। ਉਹਨਾਂ ਨੇ ਸਾਰਿਆਂ ਵੀ ਗੱਲ ਕਹੀ ਹੈ ਕਿ ਜਿਹੜੇ ਸਾਡੇ ਅਸੀਂ ਜਿਹੜੇ ਫਾਰਮਰ ਜਿੰਨੇ ਵੀ ਹੋਣਗੇ, ਜਿੱਥੇ ਵੀ ਕੋਈ ਇਸ ਤਰੀਕੇ ਦੀ ਪ੍ਰੋਬਲਮ ਵਰਲਡ ਦੇ ਵਿੱਚ ਆਊਗੀ, ਅਸੀਂ ਉਹਨਾਂ ਦੇ ਨਾਲ ਖੜਾਂਗੇ। ਇਹ ਹਿਊਮਨ ਰਾਈਟਸ ਦੀ ਉਲੰਘਣਾ ਹੈ ਜੀ।
ਬਿਲਕੁਲ ਉਹਦੇ ਲਈ ਤਾਂ ਹਿਊਮਨ ਰਾਈਟਸ ਲਈ ਤਾਂ ਸਭ ਨੂੰ ਖੜੇ ਹੋਣਾ ਚਾਹੀਦਾ, ਕਿਉਂਕਿ ਧੱਕਾ ਸ਼ਰੇਆਮ ਧੱਕਾ ਹੈ। ਫਿਰ ਦੇਖੋ ਇਹਦੇ ਵਿੱਚ ਤਾਂ ਤੁਸੀਂ ਵੀ ਸੁਣਿਆ ਦੇਖਿਆ ਵੀ ਫੌਜੀ ਵੀ ਸਾਡੇ ਜਿਹੜੇ ਸਾਬਕਾ ਫੌਜੀ ਉਹ ਵੀ ਸ਼ਾਮਲ ਹੋ ਰਿਹਾ ਵਰਦੀਆਂ ਪਾ ਕੇ, ਜਿਨ੍ਹਾਂ ਨੇ ਦੇਸ਼ ਦੀ ਰਾਖੀ ਕੀਤੀ। ਇੱਕ ਦੇਖੋ ਇੱਕ ਕਿਸਾਨ ਦਾ ਪੁੱਤਰ ਦਾ ਸਰਹੱਦ ਤੇ ਲੜ ਰਿਹਾ, ਬਿਲਕੁਲ ਇੱਕ ਕਿਸਾਨ ਦਾ ਪੁੱਤਰ ਤੁਹਾਨੂੰ ਸਾਰੇ ਦੇਸ਼ ਦਾ ਢਿੱਡ ਭਰ ਰਿਹਾ। ਤੇ ਇਹ ਗੱਲ ਸੋਚਣ ਵਾਲੀ ਆ ਵੀ ਜੇ ਕਿਸਾਨ ਦਾ ਪੁੱਤ ਇੱਕ ਫੌਜੀ ਆ ਤਾਂ ਦੂਜਾ ਕਿਸਾਨ ਵੀ ਹੈਗਾ। ਅੱਛਾ ਇਹ ਦੇਖੋ 26 ਜਨਵਰੀ ਨੂੰ ਇਹ ਜਿਹੜੀ ਪਰੇਡ ਵੀ ਸੁਣਨ ਤੋਂ ਦੱਸਦੀ ਜ਼ਰੂਰੀ ਹੈ ਕਿ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੇ 26 ਤਰੀਕ ਨੂੰ ਉਹ ਵੀ ਮਾਰਚ ਕਰਨਗੇ ਦਿੱਲੀ ਵੱਲ ਫੌਜ ਵਰਦੀਆਂ ਪਾ ਕੇ। ਦੇਖੋ ਉਹਨਾਂ ਨੂੰ ਇਹ ਹੈਗਾ ਵੀ ਇਹ ਦੱਸਣ ਲਈ ਕਿ ਸੀ ਸਾਡਾ ਵੀ ਹੱਕ ਬਣਦਾ, ਅਸੀਂ ਵੀ ਕਿਸਾਨਾਂ ਦੇ ਪੁੱਤਰ ਹਾਂ। ਦੇਖੋ ਇੱਕ ਬੰਦਾ ਮੈਂ ਦੇਖਿਆ ਕੱਲ, ਇੱਕ ਬੰਦਾ ਜੀ ਪੈਦਲ ਚੱਲਿਆ ਹੈ ਫਿਰੋਜ਼ਪੁਰ ਤੋਂ, ਪੈਦਲ ਚੱਲ ਕੇ ਜਾ ਰਿਹਾ ਦਿੱਲੀ ਨੂੰ, ਨੌਜਵਾਨ ਯੰਗ ਮੁੰਡਾ। ਹਾਲਾਂਕਿ ਉਹ ਬੱਸ ਤੇ ਵੀ ਜਾ ਸਕਦਾ, ਕੋਈ ਏਡੀ ਗੱਲ ਨਹੀਂ, ਪਰ ਉਹ ਜਜ਼ਬੇ ਦੀ ਗੱਲ ਆ ਵੀ ਉਹ ਰੋਸ ਦੇ ਵਿੱਚ ਉਹ ਦਿੱਲੀ ਜਾ ਰਿਹਾ ਪੈਦਲ। ਦੇਖੋ ਕਿੰਨਾ ਜਜ਼ਬਾ। ਨਹੀਂ ਜਜ਼ਬਾ ਤਾਂ ਦੇਖੋ ਜਜ਼ਬੇ ਦੀ ਘਾਟ ਤਾਂ ਹੈ ਨਹੀਂ। ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚੇ ਹੈਗੇ ਆ। ਦੇਖੋ ਸਾਨੂੰ ਕਿਸੇ ਚੀਜ਼ ਦੀ ਡਰ ਨਹੀਂ। ਤੁਸੀਂ ਕਹਿੰਦੇ ਹੋ ਸਾਡੇ ਜਿਹੜੇ ਗੁਰੂ ਹਾਂਜੀ ਮਾਛੀਵਾੜਾ ਦੇ ਜੰਗਲਾਂ ਦੇ ਵਿੱਚ ਉਹਨਾਂ ਨੇ ਰਾਤ ਕੱਟੀ ਤੇ ਠੰਡੀ ਉਹਦੇ ਵਿੱਚ, ਤੇ ਸਾਡੇ ਜਿਹੜੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਦੇ ਵਿੱਚ ਰਾਤ ਕੱਟੀ ਜਾਂ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ, ਤੇ ਤੁਸੀਂ ਉਹਨਾਂ ਨੂੰ ਨਾ ਠੰਡ ਤੋਂ ਡਰਾ ਸਕਦੇ ਹੋ ਨਾ ਆਹ ਮੀਂਹ ਤੋਂ ਡਰਾ ਸਕਦੇ। ਨਵਾਂ ਸ਼ੋਸ਼ਾ ਛੱਡਦਾ ਬਰਡ ਫਲੂ ਆ ਗਿਆ ਜੀ। ਉਹਨੇ ਬਰਡ ਫਲੂ ਇਹਦਾ ਸ਼ੋਸ਼ਾ ਜਿੱਦਾਂ ਛੱਡੀ ਜਾਣ। ਬਰਡ ਫਲੂ ਕੀ ਕਰਦਾ ਉੱਥੇ? ਕਰੋਨਾ ਨਹੀਂ ਕੁਛ ਕਰ ਸਕਿਆ ਉੱਥੇ। ਮਹਾਰਾਜ ਦੀ ਕਲਾ ਵਰਤੀ ਹੋਈ। ਨਹੀਂ ਇਹ ਕੋਈ ਨਹੀਂ, ਸਭ ਠੀਕ ਬੈਠੇ ਆ। ਪ੍ਰੂਫ ਲਾ ਕੋਈ ਨਹੀਂ ਡਰਦੇ ਅਸੀਂ ਤਾਂ ਇਸੇ ਤਰ੍ਹਾਂ ਕਾਇਮ ਹੈਗੇ ਆ ਤੇ ਕਾਇਮ ਹੀ ਰਵਾਂਗੇ। ਔਰ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹ ਕਿਸਾਨਾਂ ਦਾ ਹੁਣ ਦੇਖੋ 15 ਨੂੰ ਫਿਰ ਮੀਟਿੰਗ ਆ ਜੀ। ਉਮੀਦ ਕਰਦੇ ਆ ਵੀ 15 ਨੂੰ ਕੋਈ ਇਹਦਾ ਸਾਖਤ ਹੱਲ ਜ਼ਰੂਰ ਕੱਢਣਾ ਚਾਹੀਦਾ, ਕਿਉਂਕਿ ਬਹੁਤ ਟਾਈਮ ਹੋ ਗਿਆ ਜੀ। ਇਹ ਨੁਕਸਾਨ ਸਾਰਿਆਂ ਦਾ ਹੋ ਰਿਹਾ, ਗਵਰਨਮੈਂਟ ਦਾ ਵੀ ਨੁਕਸਾਨ ਹੋ ਰਿਹਾ, ਗਵਰਨਮੈਂਟ ਦਾ ਹੋ ਰਿਹਾ ਭਾਜੀ। ਤੁਸੀਂ ਦੇਖੋ ਵੀ ਇਹਨਾਂ ਨੂੰ ਤਾਂ ਮੈਂ ਪਿਛਲੀ ਵਾਰੀ ਆਪਾਂ ਇਹ ਗੱਲ ਕੀਤੀ ਸੀ ਵੀ ਦੇਖੋ ਕੁਛ ਜਿਹੜੇ ਹੈਗੇ ਨੇ ਹੁਣ ਵਪਾਰਾਂ ਤੇ ਡੈਫੀਨਿਟਲੀ ਫਰਕ ਪਿਆ ਹੈਗਾ। ਔਰ ਮੈਂ ਇਹ ਗੱਲ ਕਹਿੰਦਾ ਵੀ ਇਹਨੂੰ ਜਿਹੜਾ ਬਾਈਕਾਟ ਜਿੱਦਾਂ ਹੁਣ ਆਪਾਂ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇਹ ਬਾਈਕਾਟ ਕੀਤਾ ਹੋਇਆ ਸਾਡੇ ਭੈਣ ਭਰਾਵਾਂ ਨੇ, ਔਰ ਇਸੇ ਤਰ੍ਹਾਂ ਹੀ ਜਾਰੀ ਰੱਖੋ। ਜਿਹੜਾ ਤੁਸੀਂ ਇਹਨਾਂ ਦੀਆਂ ਜਿਹੜੀਆਂ ਪ੍ਰੋਡਕਟਸ ਤੋਂ ਬਾਈਕਾਟ ਕਰ ਲਓਗੇ ਤੇ ਉਹ ਤੋਂ ਚੰਗਾ ਹੈ ਉਹਦੇ ਨਾਲ ਇਹ ਹੈਗਾ ਵੀ ਡੈਫੀਨਿਟਲੀ ਫਾਈਨੈਂਸ਼ੀਅਲ ਡੈਮੇਜ ਜਿਹੜੀ ਆ ਇਹ ਹਿਸਾਬ ਨਹੀਂ ਸਕਦੇ, ਕਿਉਂਕਿ ਜਿਹਨੂੰ ਇੱਕ ਬੰਦੇ ਨੂੰ ਉੱਪਰ ਜਾਣ ਦੀ ਪਈ ਹੋਵੇ ਨਾ, ਮੈਂ ਬਸ ਬਿਜ਼ਨਸ ਆਫ ਵੀਜ਼ਾ ਆਉਂਦੇ ਰਹਿਣ ਹਰ ਮਹੀਨੇ, ਉਹ ਬੰਦੇ ਨੂੰ ਜਦੋਂ ਇਹ ਧੱਕਾ ਪੈਣਾ ਤੇ ਇਹ ਧੱਕਾ ਆਵਾਮ ਹੀ ਦੇ ਸਕਦੀ ਹੈ, ਕਿਉਂਕਿ ਆਵਾਮ ਹੀ ਹੈ ਜਿਹੜਾ ਰਾਜਾ ਬਣਾ ਸਕਦੀ ਹੈ ਤੇ ਆਵਾਮ ਹੀ ਹੈ ਜਿਹੜਾ ਰਾਜਾ ਲਾ ਸਕਦੀ ਹੈ। ਸੋ ਇਸ ਕਰਕੇ ਇਹ ਸਾਡੇ ਜਿਹੜੇ ਕਿਸਾਨ ਭਰਾ ਹੈਗੇ ਨੇ ਇਹ ਹਾਰ ਤਾਂ ਨਹੀਂ ਮੰਨਦੇ, ਨਾ ਹੀ ਇਹ ਮੰਨਣਗੇ, ਕਿਉਂਕਿ ਇੱਕ ਹੋਟਲ ਵਾਲੇ ਨੇ ਆਪਦਾ ਹੋਟਲ ਹੀ ਰਹਿਣ ਬਸੇਰਾ ਬਣਾਤਾ। ਉਹ ਕਹਿੰਦਾ ਵੀ ਫਾਰਮਰ ਤੋਂ ਬਗੈਰ ਕੋਈ ਇੱਥੇ ਨਹੀਂ, ਕਸਟਮਰ ਨੋ ਕਸਟਮਰ ਲਿਖ ਕੇ ਲਾਤਾ। ਕਰੋੜਾਂ ਰੁਪਈਏ ਦਾ ਉਹਨੇ ਆਪਦਾ ਹੋਟਲ ਜਿਹੜਾ ਦੇਤਾ ਵੀ ਇੱਥੇ ਆਰਾਮ ਨਾਲ ਤੁਸੀਂ ਰਹੋ, ਤੁਹਾਨੂੰ ਕੋਈ ਤਕਲੀਫ ਨਹੀਂ। ਤੇ ਅਸੀਂ ਤਾਂ ਉਮੀਦ ਇਹੀ ਕਰਦੇ ਹਾਂ ਜੀ, ਮਹਾਰਾਜ ਅੱਗੇ ਅਰਦਾਸ ਵੀ ਕਰਦੇ ਹਾਂ ਵੀ ਇਹਨਾਂ ਦਾ ਜਿਹੜਾ ਛੇਤੀ ਤੋਂ ਛੇਤੀ ਨਿਪਟਾਰਾ ਹੋਵੇ ਤੇ ਵਿਚਾਰੇ ਖੁਸ਼ੀ ਖੁਸ਼ੀ ਆਪਦੇ ਘਰਾਂ ਨੂੰ ਵਾਪਸ ਆਉਣ ਤੇ ਆਪਦਾ ਸਾਰੇ ਆਨੰਦਮਈ ਜੀਵਨ ਬਤੀਤ ਕਰਨ ਜਿਵੇਂ ਅੱਗੇ ਚੱਲਦੀ ਸੀ ਲਾਈਫ ਹੋਵੇ। ਤੇ ਜੇ ਕੋਈ ਮਤਲਬ ਉਹਨੂੰ ਤਾਂ ਹੈਗੀ ਤਾਂ ਉਹਨੂੰ ਜ਼ਰੂਰ ਦੂਰ ਕਰਨੀ ਚਾਹੀਦੀ। ਹਾਂਜੀ। ਅੱਛਾ ਹੁਣ ਦੂਸਰਾ ਜਿਹੜਾ ਆਪਾਂ ਟੌਪਿਕ ਮੋਸਟਲੀ ਜਿਹੜਾ ਸਾਡੇ ਬਹੁਤ ਹਾਟ ਹੈਗਾ ਉਹ ਹੈਗਾ ਕਿ ਜਿਹੜੀਆਂ ਪਰਿਵਾਰ ਲਾਕਡਾਊਨ ਦੇ ਵਿੱਚ ਘਰੇ ਰਹਿ ਕੇ ਔਰ ਪਰਿਵਾਰ ਟੁੱਟ ਰਿਹਾ, ਮੀਆਂ ਬੀਬੀ ਦੇ ਝਗੜੇ ਔਰ ਮੀਆਂ ਬੀਬੀ ਦੇ ਇੱਕ ਦੂਜੇ ਤੋਂ ਜਿਹੜੇ ਅਲੱਗ ਹੋ ਰਹੇ ਹੈਗੇ ਨੇ। ਮੈਂ ਅੱਜ ਥੋੜੀ ਜਿਹੀ ਆਪਾਂ ਬਰੀਫ ਉਹਦੇ ਕਰਾਂਗੇ ਤਾਂ ਕੋਈ ਡਿਟੇਲ ਦੇ ਵਿੱਚ ਆਪਾਂ ਫਿਰ ਦਿਨਾਂ ਕਰਾਂਗੇ। ਦੇਖੋ ਇਹ ਜਿਹੜਾ ਮੋਸਟਲੀ ਹੈਗਾ ਕਿ ਹੁਣ ਮੋਸਟਲੀ ਦੇਖਿਆ ਗਿਆ ਹੈਗਾ ਕਿ ਇਹ ਹਸਬੈਂਡ ਵਾਈਫ ਦਾ ਝਗੜਾ ਔਰ ਜਿਹੜੇ ਇਹ ਹੈਗੇ ਨੇ ਡਿਪਰੈਸ਼ਨ, ਜਿਹੜਾ ਘਰੇ ਰਹਿ ਕੇ ਇੱਕ ਦੂਜੇ ਨਾਲ ਲੜਨਾ, ਇੱਕ ਦੂਜੇ ਨਾਲ ਝਗੜਨਾ, ਇੱਕ ਦੂਜੇ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ, ਇਹ ਕਰਕੇ ਜਿਹੜੇ ਘਰ ਕਾਫੀ ਖਰਾਬ ਹੋ ਰਹੇ ਨੇ ਜੀ। ਹੁਣ ਦੇਖੋ ਜੌਬਾਂ ਜਾ ਰਹੀਆਂ ਲੋਕਾਂ ਦੀਆਂ, ਬਿਲਕੁਲ, ਤੇ ਉਹ ਤੁਹਾਨੂੰ ਪਤਾ ਜਿੱਥੇ ਜੌਬ ਤੋਂ ਬਗੈਰ ਇੱਥੇ ਗੁਜ਼ਾਰਾ ਨਹੀਂ। ਹਾਂਜੀ, ਜੌਬ ਤੋਂ ਬਗੈਰ ਇੱਕ ਮਿੰਟ ਵੀ ਬੰਦਾ ਗੁਜ਼ਾਰਾ ਨਹੀਂ, ਕਿਉਂਕਿ ਹਰ ਚੀਜ਼ ਦਾ ਖਰਚਾ, ਮੌਰਗੇਜ, ਇੰਸ਼ੋਰੈਂਸਾਂ, ਹੋਰ ਸਾਰਾ ਕੁਛ ਜਾਂਦਾ, ਰਾਈਟ, ਬਿੱਲ ਬੱਤੀਆਂ। ਬਾਕੀ ਦੂਜਾ ਇਹ ਗੱਲ ਜਿਵੇਂ ਤੁਸੀਂ ਦੱਸਿਆ ਡਿਪਰੈਸ਼ਨ 'ਚ ਤਾਂ ਆਟੋਮੈਟਿਕਲੀ ਚਲਾ ਜਾਂਦਾ ਬੰਦਾ ਜਦੋਂ ਜੌਬ ਨਹੀਂ ਜਾਂ ਜਿਹਦਾ ਬਿਜ਼ਨਸ ਸੀ, ਬਿਜ਼ਨਸ ਸਲੋ ਹੋ ਗਏ। ਹੁਣ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਸਮਾਲ ਬਿਜ਼ਨਸ ਬੰਦ ਹੋ ਗਏ। ਵੀ ਭਾਜੀ ਮੈਂ ਤੁਹਾਡੀ ਬਿਲਕੁਲ ਗੱਲ ਨਾਲ ਇਸ ਚੀਜ਼ ਨਾਲ ਬਿਲਕੁਲ ਤੁਹਾਡੀ ਗੱਲ ਮੈਂ ਸੁਣ ਲਿਆ, ਪਰ ਮੈਂ ਇੱਕ ਛੋਟੀ ਜਿਹੀ ਇੱਕ ਸਵਾਲ ਪੁੱਛਣਾ ਚਾਹੁੰਦਾ। ਇੱਕ ਛੋਟੀ ਜਿਹੀ ਚਿੜੀ ਹਾਂਜੀ ਜਦੋਂ ਆਲਣਾ ਬਣਾਉਂਦੀ, ਹਾਂਜੀ ਠੀਕ ਹੈ ਨਾ, ਤੁਸੀਂ ਕਦੀ ਕਿਸੇ ਪੰਛੀ ਨੂੰ ਆਲਣਾ ਤੋੜਦੇ ਦੇਖਿਆ? ਹਾਂਜੀ, ਜਵਾਬ ਨਾ ਚਾਹੂਗਾ। ਹਾਂਜੀ, ਜਵਾਬ ਨਾ ਚਾਹੂਗਾ। ਇੱਕ ਬਿਜੜਾ ਇੱਕ ਤੀਲਾ ਕਰਕੇ ਆਲਣੇ ਨੂੰ ਬਣਦਾ। ਹਾਂਜੀ, ਤੀਲਾ ਕਰਕੇ ਮੈਂ ਇੱਕ ਘਰ ਬਣਾਇਆ ਸੀ। ਉਹ ਤੀਲਾ ਜਿਹੜਾ ਕਰਕੇ ਘਰ ਬਣਾਉਂਦਾ ਬੁਣਦਾ, ਕਦੀ ਬਿਜੜ ਨੂੰ ਆਲਣਾ ਤੋੜਦਾ ਦੇਖਿਆ? ਅਸੀਂ ਇੱਕ ਇਨਸਾਨ ਹੋ ਕੇ ਅਸੀਂ ਘਰ ਨੂੰ ਤੋੜਨ ਤੁਰ ਪੈਂਦੇ ਹਾਂ।
ਉਹ ਇੱਕ ਮੈਨੂੰ ਗੱਲਾਂ ਯਾਦ ਆਈਆਂ ਉਹਦੀਆਂ, ਗਜ਼ਲ ਆ ਬਹੁਤ ਵੱਡੀ, ਕਹਿੰਦਾ ਸਬਕ ਜਿਸ ਕੋ ਵਫਾ ਕਾ ਯਾਦ ਹੋਗਾ मोहब्बत में वही बर्बाद होगा। सबक जिसको वफा का याद होगा मोहब्बत में वही बर्बाद होगा। उजड़ेगा शहर बस जाएगा अपना घर ना फिर आबाद होगा। घर तोड़ने बहुत सौखे आ ਤੁਸੀਂ ਜੀ ਸਦਕੇ, ਪਰ ਇਹਨਾਂ ਨੂੰ ਬਣਾਉਣਾ ਉਮਰਾਂ ਲੱਗ ਜਾਂਦੀਆਂ ਨੇ। ਸੋ ਇਸ ਕਰਕੇ ਜੋ ਵੀ ਕਰਨਾ ਸੋਚ ਸਮਝ ਕੇ, ਕਿਉਂਕਿ देयर इज नो यू टर्न इन द लाइफ। ਸੋ ਇਸ ਕਰਕੇ ਕੋਈ ਭੈਣ ਭਰਾ ਹੈਗੇ ਨੇ ਜਿਨ੍ਹਾਂ ਦੇ ਘਰੇ ਪ੍ਰੋਬਲਮ ਹੈਗੀ ਆ, ਜਾਂ ਜਿਹੜੇ ਇੱਕ ਦੂਜੇ ਤੋਂ ਮਤਲਬ ਨਹੀਂ, ਜਾਂ ਜਿਹੜੇ ਇੱਕ ਦੂਜੇ ਤੋਂ ਇਹ ਹੈਗੇ ਆ ਵੀ ਸਾਡੇ ਕਨਫਲਿਕਟ ਆਫ ਥਾਟਸ ਹੈਗੇ ਨੇ, ਉਹ ਕਾਲੀਆਂ ਕਰਨ ਦੇ ਬਜਾਏ ਜਾਂ ਜਲਦਬਾਜ਼ੀਆਂ ਕਰਨ ਦੀ ਬਜਾਏ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਏ ਬੈਠ ਰਿਹਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਦੇ ਆਪਣੇ ਗ੍ਰਹਿਬਾਨ ਮੇ ਸਿਰ ਨੀਵਾਂ ਕਰ ਦੇ। ਆਪਣੇ ਅੰਦਰ ਝਾਤੀ ਮਾਰੋ, ਮੇਰੇ 'ਚ ਕਮੀ ਕਿਹੜੀ ਆ। ਦੂਜੇ 'ਚ ਕਮੀ ਤਾਂ ਕੱਢੋ ਜੇ ਤੁਹਾਡੇ 'ਚ ਕਮੀ ਨਹੀਂ ਹੈਗੀ। ਜੇ ਤੁਹਾਡੇ 'ਚ ਕਮੀ ਹੈਗੀ ਆ ਤਾਂ ਉਸ ਚੀਜ਼ ਨੂੰ ਦੂਰ ਕਰੋ। ਫੋਰਗਿਵ, ਫੋਰਗੇਟ ਐਂਡ ਮੂਵ ਔਨ। ਇਹ ਸਭ ਤੋਂ ਵੱਡਾ ਮੰਤਰ। ਪਰ ਜੇ ਤੁਸੀਂ ਖਰਾਬ ਕਰਨਾ, ਇਟਸ ਅਪ ਟੂ ਯੂ, ਬਟ ਡੋਂਟ ਲੈਟ ਯੂਰ ਕਿਡਸ ਸਫਰ ਫॉर दैट ਆਪਣੀ ਈਗੋ ਵਾਸਤੇ। ਠੀਕ ਆ, ਕਈ ਪਰਿਵਾਰ ਜਿਹੜੇ ਇਸ ਤਰ੍ਹਾਂ ਹੈਗੇ ਨੇ, ਉਹਨਾਂ ਨੂੰ ਇਹੀ ਬੇਨਤੀ ਹੈ ਇੱਕ ਦੂਜੇ ਨੂੰ ਜਰਨਾ ਸਿੱਖੋ ਤੇ ਇੱਕ ਦੂਜੇ ਦੇ ਉੱਤੇ ਮਰਨਾ ਸਿੱਖੋ। ਠੀਕ ਹੈ ਨਾ, ਕਿਉਂਕਿ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਵਿਆਹ ਕਰਾਇਆ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਸਾਹਮਣੇ ਅਸੀਂ ਇੱਕ ਕਮਿਟਮੈਂਟ ਕੀਤੀ ਆ। ਗੁਰੂ ਗ੍ਰੰਥ ਸਾਹਿਬ ਸਾਹਮਣੇ ਅਸੀਂ ਇੱਕ ਜ਼ਬਾਨ ਦਿੱਤੀ ਆਪਣੇ ਇੱਕ ਦੂਜੇ ਦੇ ਨਾਲ ਕਿ ਭਾਈ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ, ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ। ਬਿਲਕੁਲ। ਚੋਭਾਂ ਲਾ ਕੇ ਜੇ ਤੁਸੀਂ ਕਹੋ ਵੀ ਮੈਂ ਕਾਮਯਾਬ ਹੋ ਜਾਊ, ਜਾਂ ਚੋਭਾਂ ਲਾ ਕੇ ਜੇ ਤੁਸੀਂ ਕਹੋ ਕਿ ਮੈਂ ਮਤਲਬ ਕਿ ਇੱਕ ਦੂਸਰੇ ਨੂੰ ਥੱਲੇ ਸੱਟ ਲੂੰਗਾ, ਨਾ, ਕਰਮਾ ਕਮਸ ਬੈਕ, ਵਟ ਗੋਜ਼ ਅਰਾਊਂਡ ਕਮਸ ਅਰਾਊਂਡ। ਤੁਸੀਂ ਅੱਜ ਕਿਸੇ ਨੂੰ ਦਰਦ ਦਿਓਗੇ ਤਾਂ ਤੁਸੀਂ ਵੀ ਸੁਖੀ ਨਹੀਂ ਰਹਿ ਸਕਦੇ। ਇਹ ਬਹੁਤ ਇੱਕ ਸਿੰਪਲ ਜੀ ਮੰਤਰ ਹੈਗਾ। ਠੀਕ ਹੈ, ਇਹ ਇੱਕ ਜਿਹੜਾ ਹੈਗਾ ਲਾਅ ਆਫ ਨੇਚਰ ਹੈਗਾ। ਠੀਕ ਹੈ ਨਾ, ਸੋ ਇਸ ਕਰਕੇ ਮੈਂ ਮੰਨਦਾ ਹੈਗਾ ਇਸ ਵੇਲੇ ਔਖੀ ਘੜੀ ਆ, ਮੈਂ ਮੰਨਦਾ ਹੈਗਾ ਇਸ ਵੇਲੇ ਜਿਹੜਾ ਹੈਗਾ ਕਿ ਭਾਜੀ ਕਿ ਸਾਡੀਆਂ ਜੌਬਾਂ ਚਲੇ ਗਈਆਂ, ਬਟ ਦੈਟ ਇਜ਼ ਨਾਟ ਯਾਰ, ਜੌਬ ਚਲੀ ਗਈ। ਹੁਣ ਇੱਕ ਸਪੋਜ਼ ਕਰੋ ਇੱਕ ਹਸਬੈਂਡ ਵਾਈਫ ਦਾ ਵਿਆਹ ਹੋਇਆ, ਠੀਕ ਹੈ, ਦੋ ਹਸਬੈਂਡ ਵਾਈਫ ਨੇ, ਹੁਣ ਇੱਕ ਬੰਦਾ ਐਕਸੀਡੈਂਟ ਹੋ ਜਾਂਦਾ, ਉਹਦੇ ਮਤਲਬ ਕਿ ਕੋਈ ਜਿਹੜੇ ਹੈਗੇ ਸਰੀਰ ਟੁੱਟ, ਕੋਈ ਖਰਾਬੀ ਐਸੀ ਆ ਜਾਂਦੀ ਆ, ਉਹ ਕੰਮ ਨਹੀਂ ਕਰ ਸਕਦਾ, ਸੁੱਟ ਦਿਓਗੇ ਯਾਰ ਉਹਨੂੰ ਤੁਸੀਂ ਬਾਹਰ। ਉਹ ਤਾਂ ਬਿਲਕੁਲ ਫਿਰ ਤੁਹਾਡੀ ਕਮਿਟਮੈਂਟ ਕਾਹਦੀ ਹੈ ਯਾਰ। ਇਹ ਤੁਹਾਡੇ ਵਿਚਾਰਾਂ ਦਾ ਜਿਹੜਾ ਹੈਗਾ ਆਦਾਨ ਪ੍ਰਦਾਨ, ਜਿਵੇਂ ਤੁਸੀਂ ਆਪ ਹੀ ਦੱਸਿਆ ਵੀ ਜੇ ਤੁਸੀਂ ਇੱਕ ਦੂਜੇ ਨੂੰ ਸਮਝ ਗਏ, ਜਿਵੇਂ ਕਹਿੰਦੇ ਇੱਕ ਨੇ ਕਿਹਾ ਦੂਜੇ ਨੇ ਸੁਣ ਲਿਆ, ਬਸ ਤੇ ਉਹ ਜੀਵਨ ਸੁਖੀ ਆ। ਇੱਕ ਨੇ ਕਹੀ ਦੂਜੇ ਨੇ ਮਾਨੀ ਤੇ ਦੋਨੋਂ ਗਿਆਨੀ। ਉਹੀ ਆ ਵੀ ਜੇ ਤੁਹਾਡੇ ਵਿਚਾਰ ਮਿਲਦੇ ਆ ਤਾਂ ਉਹਦੇ ਵਰਗੀ ਮਤਲਬ ਜੀਵਨ ਕਹਿੰਦੇ ਛੋਟੀ ਛੋਟੀ, ਮੈਂ ਕਈ ਵਾਰ ਦੇਖਦਾ ਛੋਟੀ ਛੋਟੀ ਚੀਜ਼ ਤੋਂ ਜੀ ਇਹਨੇ ਉਹਨੂੰ ਪਿਆਰ ਕੀਤਾ ਜੀ, ਮੇਰੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ, ਇਹ ਏਦਾਂ ਬੱਚਿਆਂ ਨਾਲ ਸਾਡਾ ਸਮਾਂ ਨਹੀਂ ਬਤਾਤ ਕਰਦਾ। ਉਹ ਯਾਰ ਜੇ ਬੰਦਾ ਇੱਕ ਬਾਹਰ ਤੁਰਿਆ ਫਿਰਦਾ ਹੈਗਾ, ਚਾਹੇ ਉਹ ਭੈਣ ਆ ਸਾਡੀ, ਮੈਂ ਤਾਂ ਇਹੋ ਦੁਆ ਕਰਦਾ ਕਿ ਭੈਣਾਂ ਨੂੰ ਕਿ ਭਾਈ ਤੁਸੀਂ ਆਪਣੇ ਘਰ ਦਾ ਇਹਤਰਾਮ ਕਰੋ, ਉਹਨਾਂ ਦਾ ਸਤਿਕਾਰ ਕਰੋ, ਔਰ ਭਰਾਵਾਂ ਨੂੰ ਵੀ ਇਹ ਬੇਨਤੀ ਜੋੜ ਕੇ ਕਿ ਤੁਸੀਂ ਆਪਣੀਆਂ ਵਾਈਫ ਜਿਹੜੀਆਂ ਜੇ ਤੁਹਾਡਾ ਕੰਮ ਕਰਦੀਆਂ ਨੇ ਬਹੁਤ ਸਤਿਕਾਰਯੋਗ ਨੇ, ਉਹਨਾਂ ਨੂੰ ਉਹਦਾ ਕੰਮ ਜ਼ਿਆਦਾ ਕਰੋ। ਰੀਜ਼ਨ ਦੇਖੋ, ਇੱਕ ਦੋ ਵਿਚਾਰੇ 8 ਘੰਟੇ ਲਾ ਕੇ ਹੁੰਦੀਆਂ ਨੇ, ਫਿਰ ਘਰੇ ਆ ਕੇ ਤੁਹਾਡੀ ਉਹਨਾਂ ਦੇ ਤੇ ਛੁੱਟੀ ਹੈ ਨਹੀਂ। ਠੀਕ ਹੈ ਨਾ, ਮੈਂ ਕਹਿੰਦਾ ਸਾਰੀਆਂ ਭੈਣਾਂ ਜਿਹੜੇ ਭਰਾ ਸੁਣ ਰਹੇ ਨੇ ਉਹ ਵੀ ਆਪਣੀਆਂ ਵਾਈਫ ਦਾ ਇਹਤਰਾਮ ਕਰਨ, ਕਿਉਂਕਿ ਫਿਰ ਉਹਨਾਂ ਨੂੰ ਤਾਂ ਛੁੱਟੀ ਨਹੀਂ ਕਰਨੀ, ਉਹਨਾਂ ਨੇ ਤੁਹਾਨੂੰ ਖਾਣਾ ਵੀ ਬਣਾ ਕੇ ਦੇਣਾ, ਤੁਹਾਡੇ ਵਾਸਤੇ ਰੋਟੀ ਬਣਾ ਕੇ ਲੈ ਕੇ ਜਾਣੀ, ਬੱਚਿਆਂ ਦਾ ਖਿਆਲ ਵੀ ਰੱਖਣਾ, ਤੁਹਾਡਾ ਖਿਆਲ ਵੀ ਰੱਖਣਾ। ਤੋ ਇਸ ਕਰਕੇ ਉਹਨਾਂ ਦਾ ਸਤਿਕਾਰ ਕਰੋ। ਠੀਕ ਹੈ ਨਾ, ਸੋ ਇਸ ਕਰਕੇ ਉਹ ਬੀਬੀਆਂ ਅੱਜ ਵਿਚਾਰਾਂ ਦਾ ਹੀ ਵਿਚਾਰਾਂ ਦਾ ਆਦਰ ਮਤਲਬ ਬਖਰੇਵਾ, ਹੋਰ ਤਾਂ ਕੋਈ ਏਡੀ ਗੱਲ ਨਹੀਂ। ਜੇ ਕਨਫਲਿਕਟ ਆਫ ਥਾਟ ਹੈਗਾ ਤਾਂ ਤੁਸੀਂ ਉੱਥੇ ਜਿਹੜਾ ਹੈਗਾ ਉਸ ਚੀਜ਼ ਨੂੰ ਬਹਿ ਕੇ ਰਲ ਮਿਲ ਕੇ ਐਵਰੀਥਿੰਗ ਵਿਲ ਬੀ ਸੈਟਲ ਔਨ ਦਾ ਟੇਬਲ। ਠੀਕ ਹੈ ਨਾ, ਮੈਂ ਤੁਹਾਨੂੰ ਅੱਗੇ ਗੱਲ ਕਹਿ ਦਿੱਤੀ ਕਿ ਉਜੜੇਗਾ ਸ਼ਹਿਰ ਤੋਂ ਬਸ ਜਾਏਗਾ ਆਪਣਾ ਘਰ ਨਾ ਫਿਰ ਆਬਾਦ ਹੋਗਾ। ਘਰ ਵਸਾਉਣੇ ਬੜੇ ਸੌਖੇ ਆ, ਔਖੇ ਆ, ਸੌਰੀ ਮਾਫ ਕਰਨਾ, ਬੜੇ ਹੀ ਔਖੇ ਨੇ। ਸੋ ਇਸ ਕਰਕੇ ਜੇ ਤੁਸੀਂ ਕਹੋ ਮੈਂ ਅੱਜ ਤੋੜ ਕੇ ਉੱਧਰ ਚੱਲ ਗਏ, ਉੱਧਰ ਤੋੜ ਕੇ ਮੈਂ ਉੱਧਰ ਚੱਲ ਜੂ, ਨਾ ਵੀਰ, ਇਹ ਬਹੁਤੀ ਦੇਰ ਨਹੀਂ ਚੱਲਦਾ। ਠੀਕ ਹੈ, ਲਾਈਫ ਇਜ਼ ਵੈਰੀ ਸ਼ਾਰਟ। ਸੋ ਪਲੀਜ਼ ਸ਼ੇਅਰ ਯੂਰ ਲਵ ਵਿਦ ਅਦਰਸ। ਆਪ ਇੱਕ ਦੂਜੇ ਦਾ ਇਹਤਰਾਮ ਕਰੋ। ਜਿੱਥੇ ਕਨਫਲਿਕਟ ਦਾ ਥਾਟ ਆ ਉਹ ਤੁਸੀਂ ਬਹਿ ਕੇ ਹੱਲ ਕਰ ਲਓ। ਜੇ ਫਿਰ ਵੀ ਹੱਲ ਨਹੀਂ ਹੁੰਦਾ, ਇਹਦੇ ਵਿੱਚ ਜੀ ਬੱਚੇ ਜ਼ਿਆਦਾ ਸਫਰ ਕਰਦੇ ਆ, ਕਿਉਂਕਿ ਜੇ ਅੱਜ ਕਿਸੇ ਦਾ ਕੋਈ ਸੈਪਰੇਸ਼ਨ ਜਾਂ ਆ ਗਿਆ, ਆਪਣਾ ਤਲਾਕ ਤੱਕ ਗੱਲ ਆ ਗਈ, ਉਹ ਬੱਚਾ ਇੱਕ ਵੀ ਮਾਂ ਕੋਲੇ ਇੱਕ ਵੀ ਪਿਓ ਕੋਲੇ, ਉਹ ਨਾ ਮਾਂ ਦਾ ਰਹਿਣਾ। ਹਾਂਜੀ, ਘਰ ਜਦੋਂ ਟੁੱਟਦਾ ਤਾਂ ਤੁਸੀਂ ਇਹ ਸਮਝ ਲਓ ਇਹ ਬਹੁਤ ਕੁਝ ਟੁੱਟਦਾ। ਹਾਂਜੀ, ਘਰ ਜਦੋਂ ਟੁੱਟਦਾ ਤਾਂ ਬਹੁਤ ਕੁਝ ਟੁੱਟਦਾ। ਇਹਦੇ ਨਾਲ ਤੁਸੀਂ ਪੈਸੇ ਜੇ ਮੈਂ ਤੁਸੀਂ ਆਪਸ ਦੇ ਵਿੱਚ ਫੈਸਲਾ ਕਰ ਲਓ, ਬਹਿ ਕੇ ਗੱਲ ਕਰ ਲਓ, ਸਿਆਣੇ ਨੂੰ ਵਿੱਚ ਪਾ ਲਓ ਕਿ ਹਾਂਜੀ ਅਸੀਂ ਇਕੱਠੇ ਨਹੀਂ ਰਹਿ ਸਕਦੇ।
ਤੁਸੀਂ ਜਾਓਗੇ ਵਕੀਲਾਂ ਨੂੰ ਪੈਸੇ ਦਿਓਗੇ, ਫਿਰ ਵਕੀਲ ਤੁਹਾਨੂੰ ਕਹਿੰਦਾ ਵੀ ਲੋਕਾਂ ਦੇ ਜੇ ਖਿਲਾਰੇ ਨਾ ਹੁੰਦੇ ਤੇ ਵਕੀਲਾਂ ਦੇ ਯਾਰੋ ਗੁਜ਼ਾਰੇ ਨਾ ਹੁੰਦੇ ਤਾਂ ਤੁਸੀਂ ਤਾਂ ਫਿਰ ਆਪਣਾ ਉਹਨਾਂ ਨੂੰ ਬਿਜ਼ਨਸ ਦੇ ਦਿੱਤਾ ਨਾ। ਉਹ ਅਰਦਾਸ ਕਰਦੇ ਵੀ ਲੋਕਾਂ ਦੇ ਘਰ ਟੁੱਟ ਤੁਹਾਨੂੰ ਬਿਜ਼ਨਸ ਆਵੇ, ਤਾਂ ਤੁਸੀਂ ਤਾਂ ਦੇ ਰਹੇ ਹੋ ਉਹਨਾਂ ਨੂੰ। ਸੋ ਇਸ ਕਰਕੇ ਪਲੀਜ਼ ਆਪਣਾ ਕੋਈ ਵੀ ਤੁਹਾਡਾ ਮਨ ਦੇ ਵਿੱਚ ਹੈਗਾ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਸਾਨੂੰ ਪਲੀਜ਼ ਫੋਨ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਗੇ। ਤੇ ਸਾਡੇ ਕੋਲ ਕੋਈ ਵੀ ਗੱਲ ਜੇ ਕੋਈ ਮਤਲਬ ਕਿ ਉੱਚੀ ਨੀਵੀਂ ਕਹਿ ਹੋ ਗਈ ਹੈਗੀ ਆ ਤਾਂ ਅਗੇਨ ਅਸੀਂ ਹਮੇਸ਼ਾ ਆਪਣੇ ਭੈਣ ਭਰਾਵਾਂ ਕੋਲ ਮਾਫੀ ਮੰਗਦੇ ਹਾਂ ਔਰ ਇਹੀ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਘਰਾਂ ਦੇ ਵਿੱਚ ਸੁੱਖ ਸਾਂਦ ਨਾਲ ਰਹੋ। ਮਹਾਰਾਜ ਤੁਹਾਨੂੰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ, ਆਪਣੇ ਘਰ ਤੁਹਾਡੇ ਵਸਦੇ ਰਸਦੇ ਰਹਿਣ। ਪਲੀਜ਼ ਥੋੜ੍ਹੀਆਂ ਗੱਲਾਂ ਪਿੱਛੇ ਮਨ ਮੁਟਾਵ ਨਾ ਰੱਖੋ, ਇੱਕ ਦੂਜੇ ਨਾਲ ਕਲੀਅਰ ਕਰੋ, ਮਨ 'ਚ ਨਾ ਰੱਖੋ ਉਹਨੇ ਆਹ ਕੀਤਾ ਮੈਂ ਦੱਸਣਾ ਨਹੀਂ, ਗੱਲ ਨਹੀਂ ਕਰਨੀ ਨਾ। ਕਲੀਅਰ ਇਟ ਆਊਟ, ਬਹਿ ਕੇ ਗੱਲ ਕਰ ਲਓ। ਹਸਬੈਂਡ ਵਾਈਫ ਕਿਸੇ ਬੰਨੇ ਬਹਿ ਜਾਓ, ਗੱਲ ਕਰੋ, ਉਹਨੂੰ ਸੌਰਟ ਆਊਟ ਕਰੋ, ਡਨ ਕਰ ਦਿਓ, ਉਹਨੂੰ ਭੁੱਲ ਜਾਓ। ਬਾਰ-ਬਾਰ ਚੋਬਾ ਨਾ ਲਾਓ, ਫਿਰ ਬਾਰ-ਬਾਰ ਤਾਨੇ ਨਾ ਦਿਓ ਇੱਕ ਦੂਜੇ ਨਾ। ਵਨਸ ਯੂ ਸੈਟਲ ਇਟ ਡਾਊਨ ਇਟਸ ਡਨ। ਠੀਕ ਹੈ। ਸੋ ਇਸ ਕਰਕੇ ਇਹਦੇ ਨਾਲ ਹੀ ਅੱਜ ਤੁਹਾਡੇ ਕੋਲ ਸਾਰਿਆਂ ਕੋਲ ਅਸੀਂ ਇਜਾਜ਼ਤ ਚਾਹੁੰਦੇ ਹਾਂ। ਸਾਨੂੰ ਅਸੀਂ ਇੱਕੋ ਬੇਨਤੀ ਹੋਰ ਮੈਂ ਕਰਦਾ, ਕਿਉਂ ਸੁਖਪਾ ਜੀ ਵੀ ਬਾਅਦ 'ਚ ਦੱਸਦੇ ਨੇ ਕਿ ਪਲੀਜ਼ ਸਾਡੇ 'ਚ ਕੋਈ ਜਿਹੜੀਆਂ ਕਮੀਆਂ ਨੇ ਉਹਦੇ ਬਾਰੇ ਸਾਨੂੰ ਫੋਨ ਕਰਕੇ ਜ਼ਰੂਰ ਦੱਸੋ ਕਿ ਅਸੀਂ ਉਹਨੂੰ ਕਿੱਦਾਂ ਇੰਪਰੂਵ ਕਰੀਏ। ਸਾਨੂੰ ਇਹ ਨਹੀਂ ਦੱਸੋ ਕਿ ਸਾਡਾ ਪ੍ਰੋਗਰਾਮ ਵਧੀਆ, ਉਹ ਠੀਕ ਹੈ ਜਿੱਦਾਂ ਵੀ ਹੈ, ਪਰ ਸਾਡੇ 'ਚ ਜਿਹੜੀਆਂ ਕਮੀਆਂ ਨੇ ਜਾਂ ਅਸੀਂ ਕਿਹੜੇ ਹੋਰ ਟੌਪਿਕ 'ਤੇ ਗੱਲ ਕਰੀਏ ਸਾਨੂੰ ਪਲੀਜ਼ ਉਹ ਦੱਸੋ ਤੇ ਅਸੀਂ ਤੁਹਾਡੇ ਕੋਲ ਜਿਹੜਾ ਅਸੀਂ ਉਸ ਟੌਪਿਕ ਨੂੰ ਅਸੀਂ ਇੰਪਰੂਵ ਕਰੀਏ ਤਾਂ ਕਿ ਅਸੀਂ ਵਧੀਆ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਈਏ। ਜੇ ਕੋਈ ਮਤਲਬ ਤੁਹਾਡੇ ਕੋਲ ਕੋਈ ਵਿਸ਼ਾ ਜਾਂ ਕੋਈ ਹੈਗਾ ਲੱਗਦਾ ਤੁਹਾਨੂੰ ਵੀ ਜਿੱਤੇ ਅਸੀਂ ਆਉਣ ਵਾਲੇ ਦਿਨਾਂ 'ਚ ਗੱਲਬਾਤ ਕਰ ਸਕੀਏ, ਉਹ ਵੀ ਸਾਨੂੰ ਜ਼ਰੂਰ ਦੱਸੋ। ਤੇ ਬਾਕੀ ਸਾਨੂੰ ਤੁਹਾਡੀ ਸਪੋਰਟ ਦੀ ਵੀ ਲੋੜ ਆ, ਐਡਵਰਟਾਈਜ਼ਮੈਂਟ। ਤੇ ਸਾਡਾ ਇਹ ਚੈਨਲ ਜਿਹੜਾ YouTube ਚੈਨਲ ਵੀ ਆ, ਉਹ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ, ਤੇ ਫੇਸਬੁੱਕ 'ਤੇ ਵੀ। ਤੇ ਬਾਕੀ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਟੀਮ ਸਾਡੀ ਵੱਡੀ ਹੋ ਰਹੀ ਆ ਡੇ ਬਾਈ ਡੇ, ਤੇ ਹੋਰ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਵਧੀਆ ਪ੍ਰੋਗਰਾਮ ਲੈ ਕੇ ਆਵਾਂਗੇ। ਇੰਡੀਆ ਤੋਂ ਖਬਰਾਂ ਵੀ ਲੈ ਕੇ ਕੋਸ਼ਿਸ਼ ਕਰਾਂਗੇ ਲਿਆਵਾਂਗੇ। ਡੇ ਬਾਈ ਡੇ ਅਸੀਂ ਇਹ 'ਚ ਇੰਪਰੂਵਮੈਂਟ ਕਰ ਰਹੇ ਹਾਂ। ਬਾਕੀ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਲੋੜ ਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਫਾਈਨੈਂਸ਼ਲੀ ਇਹ ਚੀਜ਼ਾਂ ਬਹੁਤ ਸਪੋਰਟ ਮੰਗਦੀਆਂ ਵਾ। ਤੇ ਸਾਨੂੰ ਜੇ ਤੁਸੀਂ ਚਾਹੁੰਦੇ ਹੋ ਵੀ ਬਿਜ਼ਨਸ ਤੁਹਾਡਾ ਅਸੀਂ ਪ੍ਰਮੋਟ ਕਰੀਏ ਤੇ ਸਾਨੂੰ ਹੇਠ ਰਹੇ ਨੰਬਰਾਂ 'ਤੇ ਜ਼ਰੂਰ ਸੰਪਰਕ ਕਰੋ। ਸਾਨੂੰ ਤੁਹਾਡੇ ਸਪੋਰਟ ਦੀ ਲੋੜ ਆ। ਤੇ ਜੇ ਸਭ ਤੋਂ ਬੋਲਦਿਆਂ ਤਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਹੱਥ ਜੋੜ ਕੇ ਮਾਫੀ ਮੰਗਦੇ ਆ। ਤੇ ਆਉਣ ਵਾਲੇ ਦਿਨਾਂ 'ਚ ਫਿਰ ਤੁਹਾਡੇ ਨਾਲ ਇੱਕ ਵਾਰੀ ਰੂਬਰੂ ਹੋਵਾਂਗੇ। ਤੇ ਸਾਨੂੰ ਇੱਥੇ ਦੋਨਾਂ ਭਰਾਵਾਂ ਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।